ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA ਫਸਟ ਸਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇਕਨੋਮਿਕਸ ਦੇ ਪੰਜਾਬੀ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦਾ ਪੇਪਰ ਇਜ਼ ਮਾਈਕਰੋ ਇਕਨੋਮਿਕਸ। ਸਭ ਤੋਂ ਪਹਿਲਾਂ ਸਟੂਡੈਂਟਸ ਇਸ ਦੇ ਸ਼ਾਰਟ ਕੁਐਸਚਨਸ ਹੋਣਗੇ, ਜਿਸ ਦੇ ਵਿੱਚ 12 ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ। 9 ਦਾ ਤੁਸੀਂ ਆਨਸਰ ਦੇਣਾ ਹੈ, 2-2 ਨੰਬਰ ਦੇ ਹੋਣਗੇ। ਇਸ ਤਰ੍ਹਾਂ ਹੀ 18 ਮਾਰਕਸ ਦਾ ਕੁਐਸਚਨ ਹੋਏਗਾ। ਸਟੂਡੈਂਟਸ ਇਸ ਪੇਪਰ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਇਹ ਅਪਲੋਡ ਕਰ ਦਿੱਤੇ ਗਏ ਹੈ ਮੋਸਟ ਇੰਪੋਰਟੈਂਟ ਕੁਐਸਚਨਸ, ਲੇਕਿਨ ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਆ ਰਹੀ ਸੀ ਕਿ ਇਸ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਇਸ ਦਾ ਵੀਡੀਓ ਬਣਾਇਆ ਜਾਏ। ਇਹ ਟਰਾਂਸਲੇਟ ਕਰਕੇ ਵੀਡੀਓ ਬਣਾਇਆ ਗਿਆ ਹੈ, ਲੇਕਿਨ ਕਾਫੀ ਹੱਦ ਤੱਕ ਇਸ ਦੇ ਵਿੱਚ ਤੁਸੀਂ ਦੇਖੋਗੇ ਠੀਕ ਹੈ, ਲੇਕਿਨ ਕੁਝ ਕੁ ਵਰਡਸ ਇਸ ਤਰ੍ਹਾਂ ਦੇ ਹੈ ਜੋ ਇੰਗਲਿਸ਼ ਦੇ ਵਿੱਚ ਹੈ, ਉਸ ਦੀ ਟਰਾਂਸਲੇਟ ਕਰਨ ਤੋਂ ਬਾਅਦ ਇਸ ਦੇ ਵਿੱਚ ਕਾਫੀ ਕਮੀਆਂ ਰਹਿ ਗਈਆਂ। ਜਿੱਥੇ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਇੰਗਲਿਸ਼ ਮੀਡੀਅਮ ਦਾ ਜ਼ਰੂਰ ਦੇਖ ਲਿਓ, ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਗਲਤੀ ਨਾ ਲੱਗੇ। ਇਹ ਮੈਂ ਬਾਰ-ਬਾਰ ਤੁਹਾਨੂੰ ਕਹਿੰਦੀ ਹਾਂ, ਜਦੋਂ ਟਰਾਂਸਲੇਟ ਕੀਤਾ ਜਾਂਦਾ ਉਸ ਦੇ ਵਿੱਚ ਚੇਂਜਸ ਆ ਜਾਂਦੀਆਂ। ਇਸੇ ਤਰ੍ਹਾਂ ਤੁਹਾਡੇ ਪੰਜਾਬੀ ਦੇ ਪੇਪਰ ਦੇ ਮਤਲਬ ਇਕਨੋਮਿਕਸ ਦੇ ਪੇਪਰ ਜਿਹੜਾ ਤੁਸੀਂ ਪੰਜਾਬੀ ਦੇ ਵਿੱਚ ਦੇਖੋਗੇ, ਉੱਥੇ ਵੀ ਕਈ ਵਾਰੀ ਕਨਫਿਊਜ਼ਨ ਹੁੰਦੀ ਹੈ। ਉਦੋਂ ਵੀ ਤੁਹਾਨੂੰ ਨਾਲ ਇੰਗਲਿਸ਼ ਮੀਡੀਅਮ ਦਾ ਪੇਪਰ ਜ਼ਰੂਰ ਦੇਖ ਲੈਣਾ ਚਾਹੀਦਾ। ਜਦੋਂ ਇਹ ਕੁਐਸਚਨ ਤੁਸੀਂ ਯਾਦ ਕਰਨੇ ਆ, ਉਦੋਂ ਵੀ ਨਾਲ ਇੰਗਲਿਸ਼ ਦੇ ਵਿੱਚ ਕੁਐਸਚਨ ਨੂੰ ਜ਼ਰੂਰ ਸਮਝਣਾ ਹੈ। ਔਰ ਮੀਨਿੰਗ, ਡੈਫੀਨੇਸ਼ਨਸ ਅਤੇ ਮੇਨ ਪੁਆਇੰਟਸ ਇਹ ਜ਼ਰੂਰ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਕਰਿਓ। ਅੱਛੇ ਮਾਰਕਸ ਲੈਣਾ ਚਾਹੁੰਦੇ ਹੋ, ਵਿੱਚ ਵੀ ਇੰਗਲਿਸ਼ ਯੂਜ਼ ਕਰ ਸਕਦੇ ਹੋ, ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਕੁਐਸਚਨ ਜ਼ਰੂਰ ਸਮਝਣਾ ਹੈ ਇੰਗਲਿਸ਼ ਦੇ ਵਿੱਚ ਉਸ ਨੂੰ ਕੀ ਕਿਹਾ ਜਾਂਦਾ ਹੈ, ਤਾਂ ਹੀ ਉੱਥੇ ਤੁਸੀਂ ਚੰਗੀ ਤਰ੍ਹਾਂ ਪੇਪਰ ਹੱਲ ਕਰ ਪਾਓਗੇ। ਸੋ ਸਭ ਤੋਂ ਪਹਿਲਾਂ ਹੈ ਸੰਯੁਕਤ ਮੰਗ, ਕੰਪਾਊਂਡ ਡਿਮਾਂਡ ਜਿਸ ਨੂੰ ਕਿਹਾ ਜਾਂਦਾ ਹੈ। ਫਿਰ ਹੈ ਗਿਵਨ ਗੁਡਸ। ਉਸ ਤੋਂ ਬਾਅਦ ਮੰਗ ਦੀ ਕੀਮਤ, ਲਚਕਤਾ ਨੂੰ ਮਾਪਣ ਲਈ ਪੁਆਇੰਟ ਵਿਧੀ, ਕੁੱਲ ਆਮਦਨ ਨੂੰ ਪਰਿਭਾਸ਼ਿਤ ਕਰੋ, AR, MR ਅਤੇ ਮੰਗ ਦੀ ਕੀਮਤ ਲਚਕਤਾ ਵਿਚਕਾਰ ਸੰਬੰਧ, ਏਕਾਧਿਕਾਰ ਦੇ ਅਧੀਨ TFAR ਅਤੇ MR ਦੀ ਸ਼ਕਲ, ਏਕਾਧਿਕਾਰ ਦੀ ਪਰਿਭਾਸ਼ਾ। ਇਸ ਤੋਂ ਬਾਅਦ ਹੈ ਏਕਾਧਿਕਾਰ ਮੁਕਾਬਲੇ ਦੀਆਂ ਕੋਈ ਵੀ ਦੋ ਧਾਰਨਾਵਾਂ। ਨੈਕਸਟ ਹੈ ਵੇਚਣ ਦੀ ਲਾਗਤ। ਨੈਕਸਟ ਅਸਲ ਤਨਖਾਹ। ਉਸ ਤੋਂ ਬਾਅਦ ਮਜ਼ਦੂਰੀ ਦੇ ਮਾਮੂਲੀ ਭੌਤਿਕ ਉਤਪਾਦਕਤਾ ਸਿਧਾਂਤ ਨੂੰ ਪਰਿਭਾਸ਼ਿਤ ਕਰੋ। ਨੈਕਸਟ ਕਿਰਾਏ ਨੂੰ ਪਰਿਭਾਸ਼ਿਤ ਕਰੋ। ਅਰਥ ਸ਼ਾਸਤਰ ਦੀ ਕਮੀ ਦੀ ਪਰਿਭਾਸ਼ਾ ਦਿਓ। ਹੋਰ ਲਚਕੀਲੇ ਮੰਗ ਕੀ ਹੈ? ਮੋਰ ਇਲਾਸਟੀਸਿਟੀ ਆਫ ਡਿਮਾਂਡ। ਨੈਕਸਟ ਹੈ ਮੰਗ ਦੇ ਵਿਸਥਾਰ ਅਤੇ ਮੰਗ ਵਿੱਚ ਵਾਧੇ ਵਿੱਚ ਫਰਕ ਕਰੋ। ਇੱਕ ਉਦਾਸੀਨਤਾ ਨਕਸ਼ਾ ਕੀ ਹੈ? ਮੌਕੇ ਦੀ ਲਾਗਤ ਕੀ ਹੈ? ਬਾਜ਼ਾਰ ਕੀਮਤ ਅਤੇ ਆਮ ਕੀਮਤ ਵਿੱਚ ਫਰਕ ਦੱਸੋ। ਵੰਡ ਦੀ ਸੀਮਾਂਤ ਉਤਪਾਦਕਤਾ ਕੀ ਹੈ? ਸਾਂਝੀ ਮੰਗ ਕੀ ਹੈ? ਅਪੂਰਨ ਮੁਕਾਬਲਾ ਕੀ ਹੈ? ਸੀਮਾਂਤ ਉਪਯੋਗਤਾ ਦੀ ਮਾਪ ਦਾ ਨਿਯਮ ਦੱਸੋ। ਸ਼ੁੱਧ ਵਿਆਜ ਦੇ ਹਿੱਸੇ ਦਿਓ। ਇੱਥੇ ਕੌਨਸਟੀਟਿਊਐਂਟਸ ਹੈ, ਇਸ ਦਾ ਮਤਲਬ ਹਿੱਸੇ ਦਾ। ਸਕਾਰਾਤਮਕ ਅਤੇ ਆਦਰਸ਼ ਅਰਥ ਸ਼ਾਸਤਰ ਵਿੱਚ ਫਰਕ ਕਰੋ। ਉਤਪਾਦਨ ਫੰਕਸ਼ਨ ਦਾ ਅਰਥ ਦੱਸੋ। ਕਾਰਡੀਨਲ ਅਤੇ ਆਰਡੀਨਲ ਉਪਯੋਗਤਾ ਵਿਚਕਾਰ ਵੰਡ। ਨੈਕਸਟ ਹੈ ਫਰਮਾਂ ਦੇ ਸੰਤੁਲਨ ਦੀਆਂ ਸਥਿਤੀਆਂ ਕੀ ਹਨ? ਅਰਧ ਕਿਰਾਇਆ ਪਰਿਭਾਸ਼ਿਤ ਕਰੋ। ਅਰਧ ਕਿਰਾਏ ਦੀ ਵਿਆਖਿਆ ਕਰੋ, ਕੁਆਸੀ ਰੈਂਟ ਜਿਸ ਨੂੰ ਕਿਹਾ ਜਾਂਦਾ ਹੈ। ਨੈਕਸਟ ਹੈ ਇਕਸਾਰ ਲਚਕਦਾਰ ਮੰਗ ਕੀ ਹੈ? ਵਿਤਕਰੇ ਵਾਲੀ ਏਕਾਧਿਕਾਰ ਦੀ ਪਰਿਭਾਸ਼ਾ ਦਿਓ। ਬਰਾਬਰੀ ਸੀਮਾਂਤ ਉਪਯੋਗਤਾ ਦਾ ਕਾਨੂੰਨ ਦੱਸੋ। ਸ਼ੁੱਧ ਵਿਆਜ ਦੇ ਹਿੱਸੇ ਕੌਨਸਟੀਟਿਊਐਂਟਸ ਦਿਓ। ਅਰਥ ਸ਼ਾਸਤਰ ਦੀ ਦੌਲਤ ਦੀ ਪਰਿਭਾਸ਼ਾ ਦਿਓ। ਦੌਲਤ ਮੀਨਸ ਵੈਲਥ ਹੈ ਇੱਥੇ। ਮੁੱਖ ਉਪਯੋਗਤਾ ਕੀ ਹੈ? ਮੰਗ ਦੀ ਕ੍ਰਾਸ ਲਚਕਤਾ ਕੀ ਹੈ? ਖਪਤਕਾਰ ਸਰਪਲਸ ਨੂੰ ਪਰਿਭਾਸ਼ਿਤ ਕਰੋ। ਉਤਪਾਦਨ ਸੰਭਾਵਨਾ ਵਕਰ ਕੀ ਹੈ? ਸਪਸ਼ਟ ਅਤੇ ਅਪਰਤੱਖ ਲਾਗਤਾਂ ਨੂੰ ਪਰਿਭਾਸ਼ਿਤ ਕਰੋ। ਸੀਮਾਂਤ ਉਤਪਾਦਕਤਾ ਦਾ ਮੁੱਲ ਪਰਿਭਾਸ਼ਿਤ ਕਰੋ। ਸ਼ੁੱਧ ਲਾਭ ਕੀ ਹੈ? ਸ਼ੁੱਧ ਲਾਭ ਨੂੰ ਪਰਿਭਾਸ਼ਿਤ ਕਰੋ। ਕੁੱਲ ਵਿਆਜ ਦੀ ਪਰਿਭਾਸ਼ਾ ਦਿਓ। ਲਾਭ ਦੀ ਅਨਿਸ਼ਚਿਤਤਾ ਸਿਧਾਂਤ ਦੀ ਵਿਆਖਿਆ ਕਰੋ। ਅਰਥ ਸ਼ਾਸਤਰ ਦੀ ਦੌਲਤ ਦੀ ਪਰਿਭਾਸ਼ਾ ਦਿਓ। ਇੱਕ ਉਦਾਸੀਨਤਾ ਨਕਸ਼ਾ ਕੀ ਹੈ? ਇਹ ਰਿਪੀਟ ਹੋ ਗਿਆ। ਇੱਕ ਸਮਾਜਿਕ ਲਾਗਤ ਕੀ ਹੈ? ਛੋਟੀ ਦੌੜ ਦੀ ਪਰਿਭਾਸ਼ਾ ਦਿਓ। ਉਤਪਾਦਨ ਨੂੰ ਪਰਿਭਾਸ਼ਿਤ ਕਰੋ। ਏਕਾਧਿਕਾਰ ਦੀ ਪਰਿਭਾਸ਼ਾ ਦਿਓ। ਕੀਮਤ ਵਿਤਕਰੇ ਨੂੰ ਪਰਿਭਾਸ਼ਿਤ ਕਰੋ। ਨੈਕਸਟ ਨਾਮਾਤਰ ਅਤੇ ਅਸਲ ਉਜਰਤਾ ਨੂੰ ਪਰਿਭਾਸ਼ਿਤ ਕਰੋ। ਕੁੱਲ ਵਿਆਜ ਅਤੇ ਸ਼ੁੱਧ ਵਿਆਜ ਵਿਚਕਾਰ ਵੰਡ। ਅਰਥ ਸ਼ਾਸਤਰ ਦੀ ਦੌਲਤ ਦੀ ਪਰਿਭਾਸ਼ਾ ਸਮਝਾਓ। ਅਰਥ ਸ਼ਾਸਤਰ ਇੱਕ ਸਕਾਰਾਤਮਕ ਵਿਗਿਆਨ ਹੈ। ਅਰਥ ਸ਼ਾਸਤਰ ਅਤੇ ਕਲਾ। ਮੁੱਖ ਉਪਯੋਗਤਾ ਦਾ ਕੀ ਅਰਥ ਹੈ? ਉਤਪਾਦਨ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ। ਪ੍ਰਾਪਤ ਮੰਗ ਨੂੰ ਪਰਿਭਾਸ਼ਿਤ ਕਰੋ। ਡੰਪਿੰਗ ਤੋਂ ਤੁਹਾਡਾ ਕੀ ਮਤਲਬ ਹੈ? ਪੈਮਾਨੇ ਦੀ ਅਰਥ ਸ਼ਾਸਤਰੀ ਪਰਿਭਾਸ਼ਾ ਦਿਓ। ਵਿਦਿਆਰਥੀਓ, ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੱਥੇ ਹੀ ਮਿਲ ਜਾਣਗੇ। ਔਰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸੁਜੈਸਟ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਪੈਮਾਨੇ ਦੇ ਬਾਹਰੀ ਅਰਥ ਸ਼ਾਸਤਰੀ ਪਰਿਭਾਸ਼ਾ ਦਿਓ। ਸੀਮਾਂਤ ਆਮਦਨ ਉਤਪਾਦਕਤਾ ਨੂੰ ਪਰਿਭਾਸ਼ਿਤ ਕਰੋ। ਨੈਕਸਟ ਹੈ ਯੂਨਿਟ ਫਸਟ ਲੌਂਗ ਕੁਐਸਚਨਸ। ਇਹ ਹਰ ਇੱਕ ਯੂਨਿਟ ਦੇ ਵਿੱਚੋਂ 2 ਲੌਂਗ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ, ਇੱਕ ਦਾ ਤੁਸੀਂ ਆਨਸਰ ਦੇਣਾ ਹੈ।
ਸ਼ਾਰਟ ਕੁਐਸਚਨ ਤੁਹਾਡੇ ਪੂਰੇ ਸਿਲੇਬਸ ਦੇ ਵਿੱਚੋਂ ਕਿਤੋਂ ਵੀ ਪੁੱਛੇ ਜਾ ਸਕਦੇ ਹੈ। ਲੌਂਗ ਕੁਐਸਚਨ ਇਸ ਤਰ੍ਹਾਂ ਦੇ ਹਨ। 18 ਮਾਰਕਸ ਦਾ ਲੌਂਗ ਕੁਐਸਚਨ ਹੋਏਗਾ। ਅਰਥ ਸ਼ਾਸਤਰ ਦੀ ਪ੍ਰਕਿਰਤੀ ਅਤੇ ਦਾਇਰੇ ਦੀ ਚਰਚਾ ਕਰੋ। ਇਸ ਦੇ ਵਿੱਚ ਦਾਇਰਾ ਮੀਨਸ ਹੈ ਸਕੋਪ, ਇਸ ਦਾ ਉਹ ਦੱਸਣਾ ਤੁਸੀਂ। ਨੇਚਰ ਅਤੇ ਸਕੋਪ ਦੀ ਚਰਚਾ ਕਰਨੀ ਹੈ। ਉਦਾਸੀਨਤਾ ਵਕਰ ਦੀ ਮਦਦ ਵਿੱਚ ਕੀਮਤ ਪ੍ਰਭਾਵ, ਆਮਦਨੀ ਪ੍ਰਭਾਵ ਅਤੇ ਬਦਲੀ ਪ੍ਰਭਾਵ ਦੀ ਵਿਆਖਿਆ ਕਰੋ ਅਤੇ ਦਿਖਾਓ ਕਿ ਕੀਮਤ ਪ੍ਰਭਾਵ, ਆਮਦਨ ਪ੍ਰਭਾਵ ਅਤੇ ਬਦਲ ਪ੍ਰਭਾਵ ਦਾ ਸੁਮੇਲ ਹੈ। ਨੈਕਸਟ ਕੁਐਸਚਨ, ਮੰਗ ਦੀ ਕੀਮਤ ਲਚਕਤਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਨੂੰ ਮਾਪਣ ਲਈ ਵੱਖ-ਵੱਖ ਤਰੀਕਿਆਂ ਦੀ ਵਿਆਖਿਆ ਕਰੋ। ਐਂਡ ਦੈਨ ਖਪਤਕਾਰ ਦਾ ਸੰਤੁਲਨ ਕੀ ਹੈ? ਉਦਾਸੀਨਤਾ ਕਰਵ ਵਿਸ਼ਲੇਸ਼ਣ ਦੀ ਮਦਦ ਨਾਲ ਇਸ ਦੀ ਵਿਆਖਿਆ ਕਰੋ। ਉਪਯੋਗਤਾ ਵਿਸ਼ਲੇਸ਼ਣ ਦੀ ਮਦਦ ਨਾਲ ਖਪਤਕਾਰ ਦੇ ਸੰਤੁਲਨ ਦੀ ਵਿਆਖਿਆ ਕਰੋ। ਨੈਕਸਟ ਹੈ ਉਦਾਸੀਨਤਾ ਵਕਰ ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ। ਉਦਾਸੀਨਤਾ ਵਕਰ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਐਂਡ ਦੈਨ ਮੰਗ ਦੇ ਨਿਯਮ ਨੂੰ ਰਾਜ ਅਤੇ ਵਿਆਖਿਆ ਕਰੋ। ਇੱਥੇ ਇੰਗਲਿਸ਼ ਦਾ ਜ਼ਰੂਰ ਦੇਖ ਲਿਓ, ਥੋੜੀ ਕਨਫਿਊਜ਼ਨ ਹੈ। ਕੀ ਇਸ ਦੇ ਕੋਈ ਅਪਵਾਦ ਹਨ? ਮੰਗ ਵਕਰ ਦੇ ਹੇਠਾਂ ਵੱਲ ਢਲਾਣ ਦੇ ਕਾਰਨ ਕੀ ਹਨ? ਨੈਕਸਟ ਹੈ ਬਰਾਬਰ ਹਾਸ਼ੀਏ ਦੀ ਉਪਯੋਗਤਾ ਦੇ ਕਾਨੂੰਨ ਦੀ ਆਲੋਚਨਾਤਮਕ ਤੌਰ 'ਤੇ ਚਰਚਾ ਕਰੋ। ਐਂਡ ਨੈਕਸਟ ਖਪਤਕਾਰ ਸਰਪਲਸ ਕੀ ਹੈ, ਤੁਸੀਂ ਇਸ ਨੂੰ ਕਿਵੇਂ ਮਾਪੋਗੇ? ਐਂਡ ਦੈਨ ਖਪਤਕਾਰ ਦਾ ਸੰਤੁਲਨ ਕੀ ਹੈ? ਉਦਾਸੀਨਤਾ ਵਿਸ਼ਲੇਸ਼ਣ ਦੀ ਮਦਦ ਨਾਲ ਖਪਤਕਾਰਾਂ ਦੇ ਸੰਤੁਲਨ ਦੇ ਨਿਰਧਾਰਨ ਦੀ ਵਿਆਖਿਆ ਕਰੋ। ਐਂਡ ਨੈਕਸਟ ਸੀਮਤ ਉਪਯੋਗਤਾ ਨੂੰ ਘੱਟ ਕਰਨ ਦੇ ਕਾਨੂੰਨ ਦੀ ਗੰਭੀਰਤਾ ਨਾਲ ਵਿਆਖਿਆ ਕਰੋ। ਮਾਰਸ਼ਲੀਅਨ ਦੇ ਨਾਲ ਹੈਕਸੀਅਨ ਪਹੁੰਚ ਨਾਲ ਖਪਤਕਾਰਾਂ ਦੇ ਸਰਪਲਸ ਦੀ ਵਿਆਖਿਆ ਕਰੋ। ਇਹ ਸੀ ਫਸਟ ਯੂਨਿਟ। ਸੈਕੰਡ ਯੂਨਿਟ ਦੇ ਕੁਐਸਚਨਸ ਹਨ। ਰਿਟਰਨ ਘਟਾਉਣ ਦੇ ਕਾਨੂੰਨ ਦੀ ਵਿਆਖਿਆ ਕਰੋ। ਇਹ ਖੇਤੀਬਾੜੀ 'ਤੇ ਕਿਉਂ ਲਾਗੂ ਹੁੰਦਾ ਹੈ? ਐਂਡ ਨੈਕਸਟ ਹੈ ਲਾਗਤ ਦੇ ਰਵਾਇਤੀ ਸਿਧਾਂਤ ਦੇ ਅਨੁਸਾਰ ਕੁੱਲ ਲਾਗਤ, ਔਸਤ ਲਾਗਤ ਅਤੇ ਸੀਮਾਂਤ ਲਾਗਤ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ। ਇਹ ਵੀ ਦੱਸੋ ਕਿ SACU ਆਕਾਰ ਦਾ ਕਿਉਂ ਹੈ। ਐਂਡ ਦੈਨ ਵੇਰੀਏਬਲ ਅਨੁਪਾਤ ਦੇ ਨਿਯਮ ਦੀ ਵਿਸਥਾਰ ਵਿੱਚ ਵਿਆਖਿਆ ਕਰੋ। ਉਤਪਾਦਨ ਦਾ ਸਭ ਤੋਂ ਵਧੀਆ ਪੜਾਅ ਕਿਹੜਾ ਹੈ? ਅੱਗੇ ਹੈ ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਲਾਗਤ ਦੇ ਪਰੰਪਰਾਗਤ ਸਿਧਾਂਤ ਵਿੱਚ ਵੱਖ-ਵੱਖ ਥੋੜ੍ਹੇ ਸਮੇਂ ਦੀ ਲਾਗਤ ਵਕਰਾਂ ਦੀ ਵਿਆਖਿਆ ਕਰੋ। ਔਸਤ ਲਾਗਤ ਅਤੇ ਸੀਮਾਂਤ ਲਾਗਤ ਦੇ ਵਿਚਕਾਰ ਸੰਬੰਧ ਦੀ ਵਿਆਖਿਆ ਵੀ ਕਰੋ। ਐਂਡ ਨੈਕਸਟ ਕੁਐਸਚਨ ਉਤਪਾਦਨ ਦੇ ਸਿਧਾਂਤ ਵਿੱਚ ਸਕੇਲ ਤੇ ਵਾਪਸੀ ਦੇ ਨਿਯਮ ਦੀ ਵਿਆਖਿਆ ਕਰੋ। ਅੱਗੇ ਹੈ ਲਾਗਤ ਦੀਆਂ ਵੱਖ-ਵੱਖ ਧਾਰਨਾਵਾਂ ਨੂੰ ਪਰਿਭਾਸ਼ਿਤ ਕਰੋ ਅਤੇ ਲਾਗਤ ਵਕਰਾਂ ਦੇ ਸੰਦਰਭ ਵਿੱਚ ਲਾਗਤ ਦੇ ਆਧੁਨਿਕ ਸਿਧਾਂਤ ਦੀ ਵਿਆਖਿਆ ਕਰੋ। ਐਂਡ ਨੈਕਸਟ ਥੋੜ੍ਹੇ ਸਮੇਂ ਵਿੱਚ ਔਸਤ ਲਾਗਤ ਅਤੇ ਸੀਮਾਂਤ ਲਾਗਤ ਦੀ ਧਾਰਨਾ ਦੀ ਵਿਆਖਿਆ ਕਰੋ। ਥੋੜ੍ਹੇ ਸਮੇਂ ਦੀ ਔਸਤ ਲਾਗਤ ਵਕਰ U ਆਕਾਰ ਕਿਉਂ ਹੈ? ਐਂਡ ਨੈਕਸਟ ਕੁਐਸਚਨ ਔਸਤ ਲਾਗਤ ਅਤੇ ਸੀਮਾਂਤ ਲਾਗਤ ਵਿਚਕਾਰ ਕੀ ਸੰਬੰਧ ਹੈ? ਥੋੜ੍ਹੇ ਸਮੇਂ ਦੀ ਔਸਤ ਲਾਗਤ ਵਕਰ U ਆਕਾਰ ਕਿਉਂ ਹੈ? ਇਹ ਕੁਐਸਚਨ ਇਸ ਦੇ ਨਾਲ ਹੀ ਮਿਲਦਾ ਉੱਪਰ ਵਾਲੇ ਕੁਐਸਚਨ ਦੇ, ਕਿਉਂਕਿ ਕੁਐਸਚਨ ਮੋਲਡ ਕਰਕੇ ਪੇਪਰ ਦੇ ਵਿੱਚ ਪਾਏ ਜਾਂਦੇ ਆ, ਤਾਂ ਉਸੇ ਤਰ੍ਹਾਂ ਇੱਥੇ ਵੀ ਮੋਲਡ ਕਰਕੇ ਪਾਇਆ ਗਿਆ। ਇਸ ਦੇ ਵਿੱਚ ਤੁਸੀਂ ਦੋਨਾਂ ਦੇ ਸੰਬੰਧ ਵੀ ਦੱਸਣਾ ਹੈ। ਐਂਡ ਨੈਕਸਟ ਹੈ ਔਸਤ ਮਾਲੀਆ, ਸੀਮਾਂਤ ਮਾਲੀਆ ਅਤੇ ਕੁੱਲ ਮਾਲੀਆ ਪਰਿਭਾਸ਼ਿਤ ਕਰੋ। ਰੈਵਨਿਊ ਮਾਲੀਆ ਮਤਲਬ ਰੈਵਨਿਊ ਹੈ। ਪਰਿਭਾਸ਼ਿਤ ਕਰੋ, ਸਾਬਤ ਕਰੋ ED ਅਤੇ ਜਿੱਥੇ ED A ਅਤੇ M ਕ੍ਰਮਵਾਰ ਮੰਗ, ਔਸਤ ਮਾਲੀਆ ਅਤੇ ਸੀਮਾਂਤ ਮਾਲੀਆ ਦੀ ਲਚਕਤਾ ਹਨ। ਅੱਗੇ ਹੈ ਕੁੱਲ ਮਾਲੀਆ, ਟੋਟਲ ਰੈਵਨਿਊ, ਔਸਤ ਮਾਲੀਆ, ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਦੀਆਂ ਧਾਰਨਾਵਾਂ ਨੂੰ ਪਰਿਭਾਸ਼ਿਤ ਕਰੋ ਅਤੇ ਵੱਖ-ਵੱਖ ਸਥਿਤੀਆਂ ਵਿੱਚ AR ਅਤੇ MR ਦੇ ਵਿਵਹਾਰ ਦੀ ਵਿਆਖਿਆ ਵੀ ਕਰੋ। ਅੱਗੇ ਹੈ ਔਸਤ, ਸੀਮਾਂਤ ਅਤੇ ਕੁੱਲ ਆਮਦਨ ਨੂੰ ਪਰਿਭਾਸ਼ਿਤ ਕਰੋ, ਉਹਨਾਂ ਵਿਚਕਾਰ ਸੰਬੰਧਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਲਾਗਤ ਦੀ ਪਰੰਪਰਾਗਤ ਥਿਊਰੀ ਵਿੱਚ ਥੋੜ੍ਹੇ ਸਮੇਂ ਵਿੱਚ ਲਾਗਤ ਵਕਰ ਦੀਆਂ ਆਕਾਰਾਂ ਦੀ ਵਿਆਖਿਆ ਕਰੋ। ਥੋੜ੍ਹੇ ਸਮੇਂ ਵਿੱਚ ਹੀ ਲਾਗਤਾਂ ਦੇ ਰਵਾਇਤੀ ਸਿਧਾਂਤ ਦੀ ਵਿਆਖਿਆ ਕਰੋ। ਯੂਨਿਟ 3 ਹੈ ਸੰਪੂਰਨ ਮੁਕਾਬਲਾ ਕੀ ਹੈ? ਸੰਪੂਰਨ ਮੁਕਾਬਲੇ ਦੇ ਅਧੀਨ ਇੱਕ ਫਰਮ ਦੀ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਸੰਤੁਲਨ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਸੰਪੂਰਨ ਮੁਕਾਬਲੇ ਦੇ ਅਧੀਨ ਉਦਯੋਗ ਦੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਸੰਤੁਲਨ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਵਿਤਕਰਾ ਕਰਨ ਵਾਲੀ ਏਕਾਧਿਕਾਰ ਕੀ ਹੈ? ਐਂਡ ਦੈਨ ਇਹ ਕਦੋਂ ਸੰਭਵ ਹੈ? ਇਸ ਦੇ ਤਹਿਤ ਕੀਮਤ ਅਤੇ ਆਊਟਪੁੱਟ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ? ਨੈਕਸਟ ਕੁਐਸਚਨ ਆਮ ਕੀਮਤ ਕੀ ਹੈ? ਪੈਮਾਨੇ ਤੇ ਵਾਪਸੀ ਦੀਆਂ ਵੱਖ-ਵੱਖ ਸਥਿਤੀਆਂ ਅਧੀਨ ਆਮ ਕੀਮਤ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ? ਐਂਡ ਨੈਕਸਟ ਕੁਐਸਚਨ ਕੀਮਤ ਵਿਤਕਰੇ ਤੋਂ ਤੁਹਾਡਾ ਕੀ ਮਤਲਬ ਹੈ? ਕੀਮਤ ਵਿਤਕਰੇ ਦੀਆਂ ਕਿਸਮਾਂ ਕੀ ਹਨ? ਕੀਮਤ ਵਿਤਕਰਾ ਕਦੋਂ ਸੰਭਵ ਅਤੇ ਲਾਭਦਾਇਕ ਹੈ? ਕੀਮਤ ਵਿਤਕਰੇ ਦੇ ਨਾਲ ਏਕਾਧਿਕਾਰ ਫਰਮ ਦੇ ਸੰਤੁਲਨ ਨੂੰ ਵੀ ਡਾਇਗ੍ਰਾਮੈਟਿਕ ਤੌਰ 'ਤੇ ਦਿਖਾਓ। ਐਂਡ ਨੈਕਸਟ ਕੁਐਸਚਨ ਏਕਾਧਿਕਾਰ ਮੁਕਾਬਲਾ ਕੀ ਹੈ? ਥੋੜ੍ਹੇ ਸਮੇਂ ਵਿੱਚ ਅਤੇ ਲੰਬੇ ਸਮੇਂ ਵਿੱਚ ਏਕਾਧਿਕਾਰ ਪ੍ਰਤੀਯੋਗਤਾ ਦੇ ਅਧੀਨ ਇੱਕ ਫਰਮ ਦੇ ਸੰਤੁਲਨ ਪ੍ਰਤੀਯੋਗਤਾਵਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ ਏਕਾਧਿਕਾਰ ਕੀ ਹੈ? ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਵਿੱਚ ਏਕਾਧਿਕਾਰ ਦੇ ਅਧੀਨ ਫਰਮ ਦੇ ਸੰਤੁਲਨ ਦਾ ਵਰਣਨ ਕਰੋ। ਅੱਗੇ ਹੈ ਥੋੜ੍ਹੇ ਅਤੇ ਲੰਬੇ ਸਮੇਂ ਵਿੱਚ ਏਕਾਧਿਕਾਰ ਪ੍ਰਤੀਯੋਗਤਾ ਦੇ ਅਧੀਨ ਐਕਸਚੇਂਜ ਕੀਮਤ ਅਤੇ ਸੰਤੁਲਨ ਦੱਸੋ। ਐਂਡ ਨੈਕਸਟ ਉਦਯੋਗ ਦੇ ਅਰਥ ਅਤੇ ਥੋੜ੍ਹੇ ਸਮੇਂ ਵਿੱਚ ਇਸ ਦੇ ਸੰਤੁਲਨ ਦੇ ਨਾਲ ਨਾਲ ਸੰਪੂਰਨ ਮੁਕਾਬਲੇ ਵਿੱਚ ਲੰਬੇ ਸਮੇਂ ਦੀ ਵਿਆਖਿਆ ਕਰੋ।
ਨੈਕਸਟ ਕੁਐਸਚਨ, ਫਰਮ ਸੰਪੂਰਨ ਮੁਕਾਬਲੇ ਦੀ ਛੋਟੀ ਦੌੜ ਅਤੇ ਲੰਬੀ ਦੌੜ ਦੇ ਸੰਤੁਲਨ ਦੀ ਵਿਆਖਿਆ ਕਰੋ। ਐਂਡ ਨੈਕਸਟ, ਏਕਾਧਿਕਾਰ ਮੁਕਾਬਲੇ ਵਿੱਚ ਕੀਮਤ ਅਤੇ ਆਊਟਪੁੱਟ ਨਿਰਧਾਰਨ ਦੀ ਵਿਆਖਿਆ ਕਰੋ। ਐਂਡ ਨੈਕਸਟ ਹੈ, ਪੈਮਾਨੇ ਤੇ ਵਾਪਸੀ ਦੇ ਕਾਨੂੰਨ ਦੇ ਸੰਦਰਭ ਵਿੱਚ ਲੰਮੇ ਸਮੇਂ ਵਿੱਚ ਸੰਪੂਰਨ ਮੁਕਾਬਲੇ ਵਿੱਚ ਕੀਮਤ ਨਿਰਧਾਰਨ ਦੀ ਵਿਆਖਿਆ ਕਰੋ। ਐਂਡ ਦੈਨ, ਸੰਪੂਰਨ ਮੁਕਾਬਲੇ ਦੇ ਅਧੀਨ ਕੀਮਤ ਦੇ ਨਿਰਧਾਰਨ ਦੀ ਵਿਆਖਿਆ ਕਰੋ। ਐਂਡ ਨੈਕਸਟ ਕੁਐਸਚਨ, ਸੰਪੂਰਨ ਮੁਕਾਬਲੇ ਦੇ ਅਧੀਨ ਕੀਮਤ ਦੇ ਨਿਰਧਾਰਨ ਵਿੱਚ ਸਮੇਂ ਦੇ ਤੱਤ ਦੀ ਮਹੱਤਤਾ ਨੂੰ ਸਮਝਾਓ। ਹਾਂਜੀ, ਬਹੁਤ ਸਾਰੇ ਕੁਐਸਚਨਸ ਦੇ ਆਨਸਰ ਸੇਮ ਹੈ, ਕੁਐਸਚਨ ਮੋਲਡ ਕਰਕੇ ਪਾਏ ਗਏ ਹੈ, ਉਹਨਾਂ ਨੂੰ ਸਮਝ ਕੇ ਤੁਸੀਂ ਇਸ ਦਾ ਆਨਸਰ ਦੇਣਾ ਹੈ। ਨੈਕਸਟ ਹੈ, ਇੱਕ ਫਰਮ ਸੰਪੂਰਨ ਮੁਕਾਬਲੇ ਦੇ ਅਧੀਨ ਮੁਨਾਫੇ ਨੂੰ ਵੱਧ ਤੋਂ ਵੱਧ ਅਤੇ ਨੁਕਸਾਨ ਨੂੰ ਘੱਟ ਤੋਂ ਘੱਟ ਕਿਵੇਂ ਕਰਦੀ ਹੈ। ਐਂਡ ਨੈਕਸਟ, ਵੇਚਣ ਦੇ ਖਰਚੇ ਕੀ ਹਨ। ਇੱਕ ਫਰਮ ਵੇਚਣ ਦੀ ਲਾਗਤ ਨਾਲ ਸੰਤੁਲਨ ਕਿਵੇਂ ਪ੍ਰਾਪਤ ਕਰਦੀ ਹੈ। ਏਕਾਧਿਕਾਰ ਮੁਕਾਬਲਾ ਕੀ ਹੈ, ਇਸ ਦੇ ਤਹਿਤ ਕੀਮਤ ਅਤੇ ਆਊਟਪੁੱਟ ਕਿਵੇਂ ਨਿਰਧਾਰਿਤ ਕੀਤੇ ਜਾਂਦੇ ਹਨ। ਉਸ ਤੋਂ ਬਾਅਦ 4th ਯੂਨਿਟ, ਕਿਰਾਏ ਦੇ ਰਿਕਾਰਡੋ ਸਿਧਾਂਤ ਦੀ ਵਿਆਖਿਆ ਕਰੋ, ਇਸ ਦੀਆਂ ਸੀਮਾਵਾਂ ਕੀ ਹਨ। ਐਂਡ ਨੈਕਸਟ, ਕਿਰਾਏ ਦੇ ਰਿਚਾਰਡੀਅਨ ਸਿਧਾਂਤ ਦੀ ਜਾਂਚ ਕਰੋ। ਐਂਡ ਨੈਕਸਟ ਕੁਐਸਚਨ, ਵਿਆਜ ਦੇ ਹੇਠਲੇ ਪੱਧਰ ਦੇ ਵੰਡ ਸਿਧਾਂਤ ਦੀ ਵਿਆਖਿਆ ਕਰੋ। ਉਸ ਤੋਂ ਬਾਅਦ ਕਿਰਾਏ ਦੇ ਨਿਰਧਾਰਨ ਦੇ ਆਧੁਨਿਕ ਸਿਧਾਂਤ ਦੀ ਚਰਚਾ ਕਰੋ। ਐਂਡ ਨੈਕਸਟ, ਰੁਚੀ ਦੇ ਕਲਾਸੀਕਲ ਸਿਧਾਂਤ ਦੀ ਵਿਆਖਿਆ ਕਰੋ। ਉਸ ਤੋਂ ਬਾਅਦ ਰੁਚੀ ਦੇ ਕਲਾਸੀਕਲ ਸਿਧਾਂਤ ਦੀ ਗੰਭੀਰਤਾ ਨਾਲ ਵਿਆਖਿਆ ਕਰੋ। ਐਂਡ ਨੈਕਸਟ, ਇਹ ਦੋਨੋਂ ਸੇਮ ਹੈ। ਨੈਕਸਟ ਹੈ, ਵਿਆਜ ਦੀ ਦਰ ਤੇ ਲੋਨਯੋਗ ਫੰਡ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ, ਲਾਭ ਦੇ ਜੋਖਮ ਅਤੇ ਅਨਿਸ਼ਚਿਤਤਾ ਸਿਧਾਂਤ ਦੀ ਵਿਆਖਿਆ ਕਰੋ। ਕੁੱਲ ਲਾਭ ਅਤੇ ਸ਼ੁੱਧ ਲਾਭ ਵਿੱਚ ਅੰਤਰ ਕਰੋ। ਲਾਭ ਦੇ ਜੋਖਮ ਸਿਧਾਂਤ ਦੀ ਵੀ ਗੰਭੀਰਤਾ ਨਾਲ ਜਾਂਚ ਕਰੋ। ਡਿਸਟ੍ਰੀਬਿਊਸ਼ਨ ਦੇ ਸੀਮਾਂਤ ਉਤਪਾਦਕਤਾ ਸਿਧਾਂਤ ਦੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ ਕੁਐਸਚਨ ਹੈ, ਕੁੱਲ ਲਾਭ ਅਤੇ ਸ਼ੁੱਧ ਲਾਭ ਵਿੱਚ ਅੰਤਰ ਕਰੋ। ਲਾਭ ਦੇ ਅਨਿਸ਼ਚਿਤਤਾ ਸਿਧਾਂਤ ਦੀ ਵੀ ਗੰਭੀਰਤਾ ਨਾਲ ਜਾਂਚ ਕਰੋ। ਐਂਡ ਨੈਕਸਟ ਕੁਐਸਚਨ, ਲਾਭ ਦੇ ਸੰਕਲਪਾਂ ਨੂੰ ਪਰਿਭਾਸ਼ਿਤ ਕਰੋ। ਲਾਭ ਦੇ ਗਤੀਸ਼ੀਲ ਅਤੇ ਨਵੀਨਤਾ ਸਿਧਾਂਤ ਦੀ ਵਿਆਖਿਆ ਕਰੋ। ਐਂਡ ਨੈਕਸਟ, ਮਜ਼ਦੂਰੀ ਦੇ ਆਧੁਨਿਕ ਸਿਧਾਂਤ ਦੀ ਗੰਭੀਰਤਾ ਨਾਲ ਵਿਆਖਿਆ ਕਰੋ। ਹਾਂਜੀ ਸਟੂਡੈਂਟਸ, ਇਹ ਸੀ ਲੌਂਗ ਤੇ ਸ਼ਾਰਟ ਕੁਐਸਚਨਸ। ਤੁਹਾਡੀ ਸਹੂਲਤ ਲਈ ਇਹ ਵੀਡੀਓ ਬਣਾਇਆ ਗਿਆ ਪੰਜਾਬੀ ਦੇ ਵਿੱਚ, ਲੇਕਿਨ ਇਸ ਦੇ ਨਾਲ ਇੰਗਲਿਸ਼ ਮੀਡੀਅਮ ਦਾ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਕਨਫਿਊਜ਼ਨ ਨਾ ਹੋਵੇ। ਪੇਪਰ ਦੇ ਵਿੱਚ ਬਹੁਤ ਵਾਰੀ ਇੰਗਲਿਸ਼ ਤੋਂ ਜਦੋਂ ਪੰਜਾਬੀ ਕੀਤੀ ਜਾਂਦੀ ਹੈ ਜਾਂ ਹਿੰਦੀ ਕੀਤੀ ਜਾਂਦੀ ਹੈ, ਬਹੁਤ ਸਾਰੇ ਵਰਡਸ ਉਸ ਦੇ ਹੁੰਦੇ ਆ, ਤਾਂ ਉੱਥੇ ਤੁਹਾਡੇ ਪੇਪਰ ਦੇ ਵਿੱਚ ਹੋਰ ਵਰਡ ਹੋ ਸਕਦਾ ਹੈ, ਤੁਹਾਡੇ ਬੁੱਕ ਦੇ ਵਿੱਚ ਪੰਜਾਬੀ 'ਚ ਹੋਰ ਵਰਡ ਹੋ ਸਕਦਾ ਹੈ, ਇੱਥੇ ਕੁਝ ਹੋਰ ਹੋ ਸਕਦਾ ਹੈ। ਸੋ ਇਸ ਕਰਕੇ ਬਾਰ-ਬਾਰ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਇੰਗਲਿਸ਼ ਮੀਡੀਅਮ ਦੇ ਵਿੱਚ ਕੁਐਸਚਨ ਨੂੰ ਜ਼ਰੂਰ ਸਮਝਣਾ ਹੈ, ਹੈਡਿੰਗਸ ਜ਼ਰੂਰ ਪੜ੍ਹਨੇ ਆ ਤਾਂ ਜੋ ਤੁਹਾਨੂੰ ਉੱਥੇ ਕਨਫਿਊਜ਼ਨ ਨਾ ਹੋਵੇ। ਹੋ ਸਕੇ ਤਾਂ ਤੁਸੀਂ ਡੈਫੀਨੇਸ਼ਨਸ ਅਤੇ ਇਸ ਦੇ ਹੈਡਿੰਗਸ ਜਿਹੜੇ ਸਬ ਪੁਆਇੰਟਸ ਆਉਣਗੇ ਉਹ ਇੰਗਲਿਸ਼ ਦੇ ਵਿੱਚ ਲਿਖੋ। ਔਰ ਬੈਸਟ ਆਫ ਲੱਕ, ਤੁਹਾਡਾ ਪੇਪਰ ਬਹੁਤ ਅੱਛਾ ਹੋਵੇ। ਜ਼ਰੂਰ ਦੱਸਣਾ ਕਿਸ ਤਰ੍ਹਾਂ ਤੁਹਾਡਾ ਪੇਪਰ ਹੁੰਦਾ ਹੈ, ਕਿਸ ਤਰ੍ਹਾਂ ਇਹ ਵੀਡੀਓ ਲੱਗਿਆ ਔਰ ਤੁਹਾਡੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ।